ਸੁਖਜਿੰਦਰ ਰੰਧਾਵਾ ਨੇ ਪ੍ਰੈਸ ਕਾਨਫਰੰਸ ਕੀਤੀ ਉਸੇ ਮੁੱਦੇ ਤੇ। ਉਹਨਾਂ ਨੇ ਕਿਹਾ ਵੀ ਮੇਰੇ ਤੇ ਪਰਚਾ ਕਰ ਦਿਓ, ਮੈਂ ਇਨਕੁਆਇਰੀ ਵਾਸਤੇ ਤਿਆਰ ਹਾਂ, ਮੇਰੀ ਅਰੈਸਟ ਹੋ ਜੇ, ਮੈਂ ਵਿਕਰਮ ਮਜੀਠੀਆ ਵਾਂਗੂ ਭੱਜੂਗਾ ਨਹੀਂ। ਇਹ ਗੱਲ ਉਹਨਾਂ ਨੇ ਕਹੀ ਹੈ। ਨਹੀਂ ਉਹਨੂੰ ਵੀ ਦੇਖੋ, ਉਹ ਤਾਂ ਸਮੇਂ ਪਾ ਕੇ ਹੋ ਹੀ ਜਾਣੀ ਹੈ। ਇੱਥੇ ਪਰਚਾ ਇੱਕੋ ਨਾ ਰੰਧਾਵੇ ਤੇ। ਇਹਨਾਂ ਨੂੰ ਵਿਚਾਰਿਆਂ ਨੂੰ ਸਮਝ ਨਹੀਂ ਆਉਂਦੀ, ਕਿਉਂਕਿ ਹਿਸਾਬ ਦੀ ਇਹਨਾਂ ਦੀ ਅਕਲ ਹੈ। ਕੇਜਰੀਵਾਲ ਅੱਜ ਚੰਡੀਗੜ੍ਹ ਆਏ ਸੀਗੇ, ਉਹਨਾਂ ਨੇ ਇਹ ਗੱਲ ਕਹੀ ਹੈ ਵੀ ਵਿਕਰਮ ਮਜੀਠੀਆ ਨੂੰ ਮੈਂ ਅਪੋਲੋਜਾਈਜ਼ ਕੀਤਾ। ਉਹ ਗੱਲ ਵੱਖਰੀ ਹੈ, ਜਿਹੜੀ ਅਰੈਸਟ ਵਾਲੀ ਗੱਲ ਉਹ ਬਿਲਕੁਲ ਵੱਖਰੀ ਹੈ। ਜਿਹੜਾ ਉਹ ਦੋਸ਼ ਲਾ ਰਹੇ ਹੈ ਵੀ ਤੁਸੀਂ ਜਾਂ ਅਕਾਲੀ ਦਲ ਤੇ ਚੰਨੀ ਸਰਕਾਰ ਮਿਲੀ ਹੋਈ ਸੀ, ਇਸ ਕਰਕੇ ਨਹੀਂ ਫੜਿਆ। ਭਗਵੰਤ ਮਾਨ ਦੂਸਰੇ ਪਾਸੇ ਕਹਿ ਰਿਹਾ ਜਦੋਂ ਚਰਨਜੀਤ ਚੰਨੀ ਮੁੱਖ ਮੰਤਰੀ ਦੇ ਭਰਾ ਦੇ ਪਰਚਾ ਪਿਆ ਸੀ ਤਾਂ ਤੁਸੀਂ ਉਹਨਾਂ ਨੂੰ ਮਦਦ ਕੀਤੀ ਸੀ। ਇਹਦੇ 'ਚ ਕੋਈ ਦੋ ਰਾਵਾਂ ਨਹੀਂ ਕਿ ਉਸ ਵੇਲੇ ਇਹ ਇੰਡੀਪੈਂਡੈਂਟ MLA ਬਣੇ ਸੀ, ਮੇਰੇ ਕੋਲ ਆਏ ਵੀ ਸੀ, ਸੁਖਬੀਰ ਜੀ ਕੋਲ ਵੀ ਗਏ ਆਪਦੇ ਭਰਾ ਲਈ ਸਿਟੀ ਸੈਂਟਰ ਸਕੈਮ ਲਈ। ਅਸੀਂ ਸਿਫਾਰਿਸ਼ ਬਿਲਕੁਲ ਕਿ ਮੈਂ ਤਾਂ ਡਿਨਾਈ ਨਹੀਂ ਕਰਦਾ, ਠੀਕ ਹੈ ਨਾ ਜੀ। ਔਰ ਦੂਜੀ ਗੱਲ ਇਹ ਕਿਉਂ ਡਿਨਾਈ ਕਰਦੇ ਇਹ, ਕਿਉਂਕਿ ਭਗਵੰਤ ਮਾਨ ਵੀ ਫਿਰ ਮੇਰੇ ਨਾਲ ਕਿਤੇ ਨਾ ਕਿਤੇ ਰਲਿਆ ਨਾ ਫਿਰ। ਨਹੀਂ ਤਾਂ ਸਟੈਂਡ ਤੇ ਤਾਂ ਰਹਿ ਭਾਈ, ਚੱਡੇ ਦੇ ਕਹਿਣ ਵਾਂਗੂ, ਇਹਨਾਂ ਦੇ ਰਾਘਵ ਚੱਡੇ ਵਾਂਗੂ ਸਾਈਕਲ ਦਾ ਵੀ ਸਟੈਂਡ ਹੁੰਦਾ। ਤੇ ਕਿਵੇਂ ਤੁਹਾਡੇ ਵੇਲੇ ਸਾਈਕਲ ਨੂੰ ਸਟੈਂਡ ਦੀ ਲੋੜ ਨਹੀਂ। ਕਿੰਨਾ ਕੁ ਪੰਜਾਬੀਆਂ ਦਾ ਜਾਂ ਸਾਡੇ ਦਲਿਤ ਭਰਾਵਾਂ ਦਾ ਸਤਿਕਾਰ ਕਰਦੇ। ਹਰਪਾਲ ਚੀਮੇ ਨੂੰ ਤਾਂ ਛੇਤੀ ਕਿਤੇ ਹੁਣ ਕੁਰਸੀ ਨਹੀਂ ਮਿਲਦੀ, ਉਹਨੂੰ ਐਲਾਨ ਦੇਣ ਸੀਐਮ। ਛਿੱਕੇ ਤੇ ਟੰਗ ਕੇ ਕੰਮ ਹੋਣ ਲੱਗ ਜਾਣ, ਫਿਰ ਇਹਨੂੰ ਪੋਲੀਟੀਕਲੀ ਮੋਟੀਵੇਟਡ ਕਹਿੰਦੇ। ਔਰ ਉਹ ਕਹਿੰਦੇ ਮੈਂ ਪਰਚਾ ਕਰਾਇਆ, ਮੈਨੂੰ ਕੋਈ ਪ੍ਰੋਬਲਮ ਨਹੀਂ ਇਹਦੇ, ਕਿ ਚੰਗੀ ਗੱਲ ਆ। ਫਿਰ ਭੱਜਣ ਨਾ ਕਹਿੰਦਾ ਸੀ ਭਗਵੰਤ ਸਿੰਘ ਦਾ ਮੁੰਡਾ ਮੈਂ ਇੱਧਰ ਆ ਜੂ ਉੱਧਰ। ਕੀ ਹੋਇਆ, ਭਗਵੰਤ ਸਿੰਘ ਦਾ ਮੁੰਡਾ ਲੱਭਿਆ ਨਹੀਂ ਕਿਤੇ ਜੀ। ਇਹਦੀ ਮਾਸੀ ਔਰ ਇਹਦੇ ਮਦਰ ਸੁਭਾਵਿਕ ਹੈ, ਜੇ ਮੇਰੇ ਚਾਚੀ ਜੀ ਦੀ ਸਿਸਟਰ ਹੈ ਤਾਂ ਸਾਡੇ ਸਤਿਕਾਰਯੋਗ ਮਾਸੀ ਜੀ ਨੇ ਇਹਨੇ ਇਨਕੁਆਇਰੀ ਕਰਤੀ। ਚੱਟੋਪਾਧਿਆਏ ਨੂੰ ਪਤਾ ਸੀ ਕਿ ਮੇਰਾ ਗੱਲ ਬਣਨੀ ਨਹੀਂ, ਮੈਂ DGP ਨਹੀਂ ਬਣ ਸਕਦਾ। ਔਰ ਉਹਨੂੰ ਇਹ ਲਾਲਚ ਸੀ ਕਿ ਜੇ ਮੈਂ ਸਰਕਾਰ ਖੁਸ਼ ਕਰ ਦਿਆਂਗਾ ਤੇ ਇਹ ਮੇਰਾ ਕੇਸ UPSC 'ਚ ਲੜ ਜਾਣਗੇ। ਇਹ ਲੜੇ ਵੀ। ਖਿਲਾਫ ਕਿਉਂ ਨਹੀਂ? ਤੁਸੀਂ ਕੱਲ ਕਿਹਾ ਸੀ ਤੁਹਾਡੇ ਖਿਲਾਫ ਨਹੀਂ ਜੀ। ਉਹ ਦੇਖੋ ਸਾਡੀ ਸਰਕਾਰ 'ਚ ਉਹਨਾਂ ਨੂੰ ਅਸੀਂ ਅਨਫਿਟ ਸਮਝਦੇ ਸੀ, ਇਨਕੰਪੀਟੈਂਟ ਸਮਝਦੇ ਸੀਗੇ, ਖੁੱਡੇ ਲਾ ਹੀ ਨਹੀਂ ਰਹੇ। ਪ੍ਰੋਟੈਕਟਡ ਪਰਸਨ ਉਹਨੂੰ ਕਿਉਂ ਰੋਕਦਾ? ਕਿਉਂਕਿ ਇਹ ਖੁਸ਼ ਕਰਦਾ ਫਿਰਦਾ ਸੀ ਚੰਨੀ ਨੂੰ ਕਿ ਤੂੰ ਫਿਰ ਮੇਰਾ ਕੇਸ ਲੜੇਗਾ UPSC 'ਚ ਤੇ ਸੁਪਰੀਮ ਕੋਰਟ 'ਚ। ਕੀ ਗੱਲ ਇੱਥੇ ਕੀ ਹੈ? ਇੰਦਰਪ੍ਰੀਤ ਚੱਡਾ ਜੀ ਹੋਏ ਆ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ, ਉਹਨਾਂ ਨੇ ਸੁਸਾਈਡ ਕੀਤਾ ਸੀ। ਸੁਸਾਈਡ ਨੋਟ 'ਚ ਬੜੇ ਗੰਭੀਰ ਦੋਸ਼, ਬੜੇ ਸੀਰੀਅਸ ਇਹਨਾਂ ਤੇ ਲਾਏ ਹੋਏ। ਪ੍ਰੋ ਪੰਜਾਬ TV ਤੇ ਤੁਹਾਡਾ ਸਵਾਗਤ ਹੈ। ਮੈਂ ਸ਼ੁਭਕਰਮਨ ਧਾਲੀਵਾਲ। ਅੱਜ ਸਵੇਰੇ ਵਿਕਰਮਜੀਤ ਸਿੰਘ ਮਜੀਠੀਆ 3 ਮੈਂਬਰੀ ਸਿੱਟ ਅੱਗੇ ਪੇਸ਼ ਹੋਏ ਸੀ। ਸਾਡੇ ਨਾਲ ਨੇ, ਗੱਲਬਾਤ ਕਰਦੇ ਹਾਂ। ਮਜੀਠੀਆ ਸਾਹਿਬ, ਕਾਂਗਰਸ ਪਾਰਟੀ ਹੈ ਜਿਹੜੀ ਤੁਹਾਨੂੰ ਕੇਂਦਰ 'ਚ ਰੱਖ ਕੇ ਆਪਣੀ ਸਿਆਸਤ ਕਰ ਰਹੀ ਹੈ, ਤੁਹਾਨੂੰ ਇਸ ਦਾ ਕਾਰਨ ਕੀ ਰੱਖਦਾ? ਉਹਨੇ ਸਿਆਸਤ ਸਾਰੀ ਤੁਹਾਡੇ ਆਲੇ ਦੁਆਲੇ ਘੁੰਮ ਰਹੀ ਹੈ। ਸਮਝ ਆਉਂਦੀ ਹੈ ਜੀ, ਬੈਂਕਰਪਸੀ ਆਫ ਥਾਟ ਹੈ ਕਿ ਮੁੱਦਾ ਕੋਈ ਨਹੀਂ। ਪੰਜਾਬ 'ਚ ਤਾਂ 5 ਸਾਲ ਕੀਤਾ ਕੋਈ ਨਹੀਂ। ਇਹ 5 ਸਾਲ 'ਚ ਇਹ ਸਾਰੇ ਕੈਬਨਿਟ ਅਮਰਿੰਦਰ ਸਿੰਘ ਦੇ ਵਜ਼ੀਰ ਦੇ ਮੈਂਬਰ ਰਹੇ ਆ, ਔਰ ਕੈਪਟਨ ਅਮਰਿੰਦਰ ਸਿੰਘ ਦੀ ਪਿੱਠ ਥੱਪ ਪਾਉਂਦੇ ਰਹੇ ਆ। ਇਹ ਕੀ ਲੋਕਾਂ ਨੂੰ ਮੂਰਖ ਸਮਝਦੇ ਪੰਜਾਬ ਦਿਆਂ ਨੂੰ? ਕਿ ਹੁਣ ਇਹ ਕਪਤਾਨ ਤੋਂ ਆਪਦੇ ਆਪ ਨੂੰ ਅੱਡ ਕਰ ਲੈਣ। ਜੇ ਕਪਤਾਨ ਸਾਹਿਬ ਦੀ ਪਾਲਿਸੀਆਂ ਨਹੀਂ ਚੰਗੀ ਸੀ, ਤੁਸੀਂ ਅੱਡ ਹੋ ਜਾਂਦੇ। ਇਸ ਲਈ ਇਟਸ ਜਸਟ ਕਿ ਕੰਮ ਕੋਈ ਕੀਤਾ ਨਹੀਂ। ਹੁਣ ਤੁਸੀਂ ਕੇਸ ਮੁੱਦੇ ਨੂੰ ਲੈ ਕੇ ਲੋਕਾਂ ਕੋਲ ਜਾਓਗੇ ਤਦੇ ਬਾਰ-ਬਾਰ ਇਹਨਾਂ ਦੇ ਕੋਲ। ਔਰ ਮੈਨੂੰ ਇਸ ਗੱਲ ਦੀ ਤਸੱਲੀ ਹੈ ਕਿ ਇਹਨਾਂ ਦੀ ਰਾਜਨੀਤੀ ਕਿਸ ਤਰੀਕੇ ਦੀ ਫੇਲ ਆ, ਉਹ ਕੋਰਟਾਂ ਨੇ ਸਾਬਤ ਕਰਤੀ, ਉਹ ਹਾਲਾਤਾਂ ਨੇ ਸਾਬਤ ਕਰਤੀ, ਉਹ ਇਹਨਾਂ ਦੀ ਕਾਰਵਾਈਆਂ ਨੇ ਸਾਬਤ ਕਰਤੀ। ਸੋ ਇਟਸ ਓਕੇ। ਪੋਲੀਟਿਕਸ 'ਚ ਕੋਈ ਨਾ ਕੋਈ ਸਾਰੇ ਹੁਣ ਪ੍ਰਧਾਨ ਮੰਤਰੀ ਸਾਹਿਬ 'ਤੇ ਵੀ ਟਿੱਪਣੀ ਕਾਂਗਰਸ ਪਾਰਟੀ ਕਰਦੀ ਆ। ਕਾਂਗਰਸ ਪਾਰਟੀ ਰਾਹੁਲ ਗਾਂਧੀ ਆਪਣਾ BJP ਰਾਹੁਲ ਗਾਂਧੀ 'ਤੇ ਕਰ ਰਹੀ ਆ। ਇਹ ਸਿਆਸਤ ਦਾ, ਪੋਲੀਟਿਕਸ ਦਾ ਹਿੱਸਾ ਹੈ। ਬੜਾ ਨੈਚੁਰਲ ਜੀ ਗੱਲ ਹੈ, ਜਿਸ 'ਚ ਕੋਈ ਐਡਾ ਮਸਲਾ ਨਹੀਂ। ਤੁਸੀਂ ਇਹ ਸਿੱਟ ਤੋਂ ਜਦੋਂ ਬਾਹਰ ਆਏ ਕੁਐਸਚਨਿੰਗ ਤੋਂ ਬਾਅਦ ਤੁਸੀਂ ਗੱਲ ਕੀ ਤੁਹਾਡੇ ਖਿਲਾਫ ਨਫ਼ਰਤ ਹੈ, ਤਾਂ ਮਤਲਬ ਕਿ ਰਾਜਨੀਤੀ ਤੋਂ ਹਟ ਕੇ ਪਰਸਨਲ ਵੀ ਹੋ ਗਿਆ ਹੈ, ਨਿੱਜੀ ਲੈਵਲ ਤੇ ਜਾ ਰਹੇ। ਕੀ ਕਾਰਨ ਕੀ ਹੈ? ਦਾ ਫੈਕਟ ਹੈ, ਇਹ ਨੋਨ ਫੈਕਟ ਹੈ। ਮੈਂ ਜਦੋਂ ਅੱਜ ਸਭ ਤੋਂ ਪਹਿਲਾਂ ਤਾਂ ਸੱਚੇ ਪਾਤਸ਼ਾਹ ਦੀ ਅਪਾਰ ਬਖਸ਼ਿਸ਼, ਕਿਰਪਾ, ਲੋਕਾਂ ਦੀਆਂ ਦੁਆਵਾਂ, ਅਰਦਾਸਾਂ, ਜਿਹਦੇ ਕਰਕੇ ਸੱਚਾਈ ਦੀ ਪਹਿਲਾਂ ਵੀ ਜਿੱਤ ਹੁੰਦੀ ਆਈ ਆ ਔਰ ਅੱਜ ਵੀ ਜਿੱਤ ਹੋਈ ਆ। ਆਨਰੇਬਲ ਕੋਰਟਸ ਨੇ ਵੀ ਲੰਮੇ ਸਮੇਂ ਤੋਂ, ਇਹ ਮੁੱਦਾ ਅੱਜ ਦਾ ਥੋੜ੍ਹੀ ਆ ਜੀ, 13 ਤੋਂ ਇਹੀ ਗੱਲਾਂ ਕਰ ਰਹੇ ਆ।
ਔਰ 13 ਤੋਂ ਲੋਅਰ ਕੋਰਟ, ਹਾਈ ਕੋਰਟ, ਡਬਲ ਬੈਂਚ, PIL ਸਾਰੇ ਤੋਂ ਅੱਜ ਅਖੀਰ 'ਚ ਫਿਰ ਹਾਈ ਕੋਰਟ 'ਚ ਮਾਮਲਾ ਗਿਆ ਜਦੋਂ ਮੇਰੇ ਤੇ ਮੈਂ 2 ਗੱਲਾਂ ਕੀਤੀਆਂ, ਇਲੀਗਲ ਪਰਚਾ, ਗੈਰ ਕਾਨੂੰਨੀ ਸਾਰੇ ਕਾਨੂੰਨ ਸਿੱਕੇ ਤੇ ਟੰਗੇ ਤੇ ਪੋਲੀਟੀਕਲੀ ਮੋਟੀਵੇਟਡ ਪਰਚਾ, ਉਹਦੇ ਤੇ ਵੀ ਕੋਰਟ ਨੇ ਇਹਨਾਂ ਨੇ ਆਪ ਦੀ ਟਿੱਪਣੀ ਆਨਰੇਬਲ ਕੋਰਟਸ ਨੇ ਦਿੱਤੀ, ਇਹਦੇ ਨਾਲ ਵਿਸ਼ਵਾਸ ਵਧਿਆ। ਦੂਜੀ ਗੱਲ, ਤੁਸੀਂ ਇੱਕ ਗੱਲ ਵੇਖੋ, ਪਹਿਲਾਂ PIL ਗੱਲ ਕਰਦੇ ਫਿਰ PIL ਤੋਂ ਕਿਉਂ ਭੱਜ ਗਏ? ਤੁਸੀਂ ਦੁਸ਼ਯੰਤ ਦਵੇ ਸਾਹਿਬ ਏਡੇ ਸੁਪਰੀਮ ਕੋਰਟ ਦੇ ਵਕੀਲ ਲਿਆ ਰਹੇ ਹੋ, ਹੈਲੀਕਾਪਟਰ ਤੇ ਲਿਆ ਰਹੇ ਹੋ, ਕਰੋੜਾਂ ਰੁਪਈਆ ਤੁਸੀਂ ਖਰਚ ਕਰ ਰਹੇ ਸੀ। ਜਦੋਂ ਤੁਹਾਨੂੰ PIL 'ਚ ਕਿਉਂਕਿ ਤੁਹਾਡੇ ਮਤਲਬ ਦਾ ਫੈਸਲਾ ਨਹੀਂ ਆਇਆ, ਤੁਸੀਂ ਕਿਹਾ ਹੁਣ ਛੱਡੋ ਮਾਰੋ, ਹੁਣ ਆਪਦੇ ਹੱਥ 'ਚ ਹੀ ਲੈ ਲਓ ਸਾਰਾ ਕੁਝ। ਚਲੋ ਲੈ ਲਓ, ਪੋਲੀਟੀਸਾਈਜੇਸ਼ਨ ਹੋ ਗਿਆ ਕੰਮ। ਔਰ ਪੋਲੀਟੀਸਾਈਜੇਸ਼ਨ ਇੱਕ ਕਾਰਨ ਕਰਕੇ ਨਹੀਂ ਹੋਇਆ, ਬੈਕਗ੍ਰਾਉਂਡ ਕੀ ਸੁਣ ਲਿਓ ਜੀ, ਪੋਲੀਟੀਸਾਈਜੇਸ਼ਨ ਇੱਕ ਗੱਲ ਕਰਕੇ ਨਹੀਂ ਹੋਇਆ। ਹੈਵ ਯੂ ਐਵਰ ਹਰਡ, ਕਦੇ ਤੁਸੀਂ ਇਹ ਗੱਲ ਸੁਣੀ ਹੈ ਕਿ 3 ਮਹੀਨਿਆਂ 'ਚ 4 DGP ਬਦਲ ਜਾਣ? ਦਿਨਕਰ ਗੁਪਤਾ ਜੀ, ਸੋਤਾ ਸਾਹਿਬ, ਇਨਕੰਪੀਟੈਂਟ, ਹੋਪਲੈਸ, ਰਿਜੈਕਟਡ ਬਾਈ UPSC, ਨਾਟ ਫਿਟ ਟੂ ਬੀ DGP ਸਿਧਾਰਥ ਚਟੋਪਾਧਿਆਏ, ਤੇ ਹੁਣ ਚੌਥਾ ਭਾਵਰਾ ਸਾਹਿਬ DGP ਲੱਗੇ। ਕਿਹੜਾ ਕਾਨੂੰਨ ਯਾਰ? ਕਿੱਥੇ ਸੁਣਿਆ 4 DGP 3 ਮਹੀਨਿਆਂ 'ਚ? ਬਿਊਰੋ ਆਫ ਇਨਵੈਸਟੀਗੇਸ਼ਨ, ਜਿਹੜੀ ਤੁਹਾਡੀ ਸਾਰੇ ਮੈਟਰਾਂ ਦੀ ਇਨਵੈਸਟੀਗੇਸ਼ਨ ਜਿਹਦੇ ਕੋਲ ਹੈ, ਅਰਪ੍ਰੀਤ ਸ਼ੁਕਲਾ ADGP ਰਿਫਿਊਜ਼ ਟੂ ਡੂ ਪੋਲੀਟੀਕਲ ਟੋ ਦਾ ਲਾਈਨ, ਕਹਿੰਦੇ ਸਹੀ ਕੰਮ ਕਰਾ ਲਓ, ਪੋਲੀਟੀਕਲ ਕੰਮ ਨਹੀਂ ਮੇਰੇ ਤੋਂ ਇਹ ਹੋਣਾ ਬਦਲਾਖੋਰੀ। ਵਰਿੰਦਰ ਕੁਮਾਰ ਜੀ ADGP ਰਿਫਿਊਜ਼ਡ, ਉਹਨਾਂ ਨੂੰ ਹਟਾਤਾ। ਇਹੀ ਲਿਆਏ ਅਸਥਾਨਾ ਸਾਹਿਬ ਨੂੰ, ਉਹਨਾਂ ਨੇ 10 ਸਵਾਲ ਖੜੇ ਕਰਤੇ ਕਿ ਇਹ ਕਿੱਡਾ ਗੈਰ ਕਾਨੂੰਨੀ ਆ, ਫਿਰ ਉਹਦੇ ਦਿਵਾਲੇ ਹੋ ਗਏ, ਫਿਰ ਚੌਥਾ ਲਾਇਆ। ਯਾਰ ਇੱਕ ਪਰਚਾ ਜਿਹੜਾ ਤੁਹਾਡੇ ਮਤਲਬ ਦਾ ਨਹੀਂ ਕਰ ਰਿਹਾ, ਉਹ ਸਾਰੇ ਅਫਸਰ ਮਾੜੇ ਹੋ ਗਏ, ਫਿਰ ਤੁਸੀਂ ਲਾਏ ਕਿਉਂ ਪਹਿਲਾਂ? ਔਰ ਇਹ ਜਿਹੜੇ ਅਫਸਰ ਇਹ ਲਾ ਰਹੇ ਆ ਜਾਂ ਬਦਲ ਰਹੇ ਆ, ਤੁਸੀਂ ਇਹਨਾਂ ਦਾ ਵਰਿੰਦਰ ਕੁਮਾਰ ਜੀ ਦਾ ਰਿਕਾਰਡ ਵੇਖ ਲਓ ਪੁਰਾਣਾ, ਅਰਪ੍ਰੀਤ ਸ਼ੁਕਲਾ ਜੀ ਦਾ ਵੇਖ ਲਓ, ਮਤਲਬ ਇਹ ਬੰਦਿਆਂ ਦੇ ਲੰਮੇ ਸਰਵਿਸ ਦੇ ਰਿਕਾਰਡ ਨੇ। ਔਰ ਇਹਦਾ ਵੀ ਵੇਖ ਲਓ, ਆਫਟਰ ਆਲ ਜਿਹਨੂੰ ਸ਼ਾਇਦ 20 ਦਿਨਾਂ ਦਾ ਵੰਡਰ ਇਹ DGP ਸਾਹਿਬ ਜਿਨ੍ਹਾਂ ਨੂੰ ਲਾਇਆ ਸਿਧਾਰਥ ਚਟੋ, ਬੱਚੇ ਨੂੰ ਪਤਾ ਸੀ ਕਿ ਇਹਨਾਂ ਦਾ ਨਾਂ ਪੈਨਲ 'ਚ ਨਹੀਂ ਆਉਣਾ। ਹੁਣ ਜਿਸ CM ਨੇ ਸਹੀ ਕੰਮ ਕਰਨਾ ਹੈ, ਦੂਰਅੰਦੇਸ਼ੀ CM ਕਿਹਨੂੰ ਕਹੋਗੇ ਜਿਹੜਾ ਪੰਜਾਬ ਦੇ ਲੋਕਾਂ ਨੂੰ ਸੁਰੱਖਿਅਤ ਰੱਖ ਸਕੇ, ਉਹ ਜਿਹੜਾ ਪੰਜਾਬ ਦੀਆਂ ਮੁਸ਼ਕਲਾਤਾਂ ਨੂੰ ਸਮਝੇ ਤੇ ਹੱਲ ਕਰੇ। ਇਹਨੂੰ ਨਹੀਂ ਪਤਾ ਸੀਗਾ ਕਿ ਇਹਦਾ ਨਾਂ ਨਹੀਂ, ਉਹਨੂੰ ਪਤਾ ਸੀ, ਮਗਰ ਧੱਕੇ ਨਾਲ ਚਾਰਜ ਦਿੱਤਾ। ਔਰ ਉਹਦਾ ਰਿਜ਼ਲਟ ਕੀ ਨਿਕਲਿਆ? ਚਲੋ ਤੁਸੀਂ ਸਿਆਸੀ ਬਦਲਾਖੋਰੀ ਕਰ ਲਈ, ਸਿਆਸੀ ਪੋਲੀਟੀਕਲੀ ਮੋਟੀਵੇਟਡ ਮੈਂ ਕਿਉਂ ਕਹਿ ਰਿਹਾ, ਇਨਕੁਆਇਰੀ ਪੁਲਿਸ ਨੇ ਕਰਨੀ ਆ, ਜੇ ਪੁਲਿਸ ਨੇ ਕਰਨੀ ਹੈ ਪੁਲਿਸ ਨੂੰ ਕਰ ਲੈਣ ਦਿਓ, ਜਾਂ PIL 'ਚ ਵਿਸ਼ਵਾਸ ਰੱਖੋ, ਕੋਰਟ ਕਰ ਰਹੀ ਹੈ ਕਿ ਤੁਹਾਨੂੰ ਜੱਜ ਸਾਹਿਬਾਨਾਂ ਤੇ ਵਿਸ਼ਵਾਸ ਨਹੀਂ ਰਹਿ ਗਿਆ, ਉੱਥੇ ਸਭ ਜਗ੍ਹਾ ਵਿਸ਼ਵਾਸ ਉੱਠ ਗਿਆ। ਇਹ ਤਾਂ ਬਹਿ ਕੇ ਡਿਕਟੇਟ ਕਰਾਉਂਦੇ ਸੀ, CM, ਹੋਮ ਮਿਨਿਸਟਰ ਨਵਜੋਤ ਸਿੱਧੂ ਤਾਂ ਆਪ ਕਹਿ ਰਿਹਾ ਮੈਂ ਲਾਇਆ ਚਟੋਪਾਧਿਆਏ ਨੂੰ, ਮੈਂ AG ਬਦਲਿਆ। ਕਦੇ ਸੁਣਿਆ ਜੀ 3 ਮਹੀਨਿਆਂ 'ਚ 3 AG ਵੀ ਬਦਲ ਗਏ? ਮਤਲਬ ਜਦ ਇਸ ਤਰੀਕੇ ਦੀ ਸਾਰਾ ਕੁਝ ਸਿੱਕੇ ਤੇ ਟੰਗ ਕੇ ਕੰਮ ਹੋਣ ਲੱਗ ਜਾਣ, ਫਿਰ ਇਹਨੂੰ ਪੋਲੀਟੀਕਲੀ ਮੋਟੀਵੇਟਡ ਕਹਿੰਦੇ। ਔਰ ਉਹ ਕਹਿੰਦੇ ਮੈਂ ਪਰਚਾ ਕਰਾਇਆ, ਮੈਨੂੰ ਕੋਈ ਪ੍ਰੋਬਲਮ ਨਹੀਂ ਇਹਦੇ 'ਚ, ਕਿ ਚੰਗੀ ਗੱਲ ਹੈ। ਫਿਰ ਭੱਜਣ ਨਾ ਕਹਿੰਦਾ ਅਸੀਂ ਭਗਵੰਤ ਸਿੰਘ ਦਾ ਮੁੰਡਾ, ਮੈਂ ਇੱਧਰ ਆ ਜੂ ਉੱਧਰ। ਕੀ ਹੋਇਆ? ਭਗਵੰਤ ਸਿੰਘ ਦਾ ਮੁੰਡਾ ਲੱਭਿਆ ਨਹੀਂ ਕਿਤੇ, ਆਉਂਦਾ ਉਸ ਦਿਨ ਕੋਰਟ 'ਚ। ਇਸ ਲਈ ਇਹ ਜਿਹੜੀ ਡਰਾਮੇਬਾਜ਼ੀ ਹੈ, ਇਹ ਆਪਦੀ ਪੋਲੀਟੀਕਲ ਫਰਸਟ੍ਰੇਸ਼ਨ ਕਿਤੇ ਨਾ ਕਿਤੇ ਇਹ ਲੋਕ ਕੱਢ ਰਹੇ। ਚਲੋ ਛੱਡੋ, ਇਲੀਗਲ ਕਿਵੇਂ ਆ? ਹੁਣ ਕੇਸ ਹੈ, ਮੈਂ ਤੁਹਾਨੂੰ ਵਿਧਾਨ ਸਭਾ 'ਚੋਂ ਨਿਕਲਦੇ ਸਾਰ ਕਹਿ ਦਿੱਤਾ ਸੀਗਾ ਫਰੈਸ਼ FIR ਕਰਨਗੇ। ਜਿੰਨੇ ਵੀ ਕਾਨੂੰਨੀ ਮਾਰ ਆ, ਕਿਸੇ ਨੂੰ ਪੁੱਛ ਲਓ ਇੱਕ ਗੱਲ, ਜਿਹੜੀ 2013 ਦੀ FIR ਇਹਨਾਂ ਨੇ ਚੁੱਕੀ ਆ, ਉਹਦੀ ਟਰਾਇਲ ਕਨਕਲੂਡ ਹੋ ਗਈ ਹੈ। ਠੀਕ ਹੈ, ਜਦ ਟਰਾਇਲ ਕਨਕਲੂਡ ਹੋ ਜੇ, ਟਰਾਇਲ ਕੋਰਟ CBI ਦੇ ਟਰਾਇਲ ਕੋਰਟ ਆਨਰੇਬਲ ਜੱਜ ਸਾਹਿਬ ਨਿਰਭਉ ਸਿੰਘ ਗਿੱਲ ਕੋਲ ਇਹ ਕੇਸ ਚੱਲਿਆ। ਜਿਹੜੇ ਦੋਸ਼ੀ ਸੀ ਉਹਨਾਂ ਨੇ ਸਜ਼ਾ ਦੇ ਦਿੱਤੀ, ਜਿਹੜੇ ਨਹੀਂ ਸੀ ਉਹਨਾਂ ਨੂੰ ਬਰੀ ਕਰਤਾ। ਹੁਣ ਜੇ ਤੁਹਾਨੂੰ ਉਹਨਾਂ ਦੇ ਫੈਸਲੇ ਤੇ ਨਹੀਂ ਭਰੋਸਾ, ਤੁਸੀਂ ਅਪੀਲ ਪਾ ਦਿਓ ਭਾਈ। ਜਾਂ ਉਹ ਵੀ ਨਹੀਂ ਕੀਤਾ ਇਹਨਾਂ ਨੇ ਕੀਤਾ ਅੱਗੇ ਗੈਰ ਕਾਨੂੰਨੀ ਕੰਮ। ਕਿ ਇਹ ਜਿਹੜੀ FIR ਹੈ, ਹੋਰ ਵੀ ਕਈ FIR, ਇੱਕ ਡਬਲ ਬੈਂਚ ਸੀ ਹਾਈ ਕੋਰਟ 'ਚ, ਜਸਟਿਸ ਸੂਰਿਆਕਾਂਤ ਜੀ ਉਹਨੂੰ ਹੈੱਡ ਕਰਦੇ ਸੀ, ਉਹਦੇ 'ਚ ਵੀ ਇਹ ਸਾਰਿਆਂ ਨੇ ਉੱਥੇ ਆਪ ਦੀ ਪਾਰਟੀ ਬਣੇ, ਜਿਹਦੇ 'ਚ ਇਹਨਾਂ ਨੇ ਕਿਹਾ ਕਿ ਜੀ ਜਿਹੜੇ ਲੋਕ ਕਈ ਇਹਦੇ 'ਚ ਇਨਵੋਲਵਡ ਸੀ ਉਹ ਰਹਿ ਗਏ।
ਔਰ ਜਿਹੜੇ ਬੇਕਸੂਰ ਸੀ ਉਹ ਵਿੱਚ ਆ ਗਏ। ਹਾਈ ਕੋਰਟ ਨੇ ਸਾਰਿਆਂ ਦੀ ਗੱਲ ਸੁਣਦੇ ਹੋਏ 2 ਟਿੱਪਣੀਆਂ ਕੀਤੀਆਂ। CBI ਦੀ ਇਨਕੁਆਇਰੀ ਮੰਗਦੇ ਸੀ, CBI ਇਨਕੁਆਇਰੀ ਰਿਜੈਕਟ ਕੀਤੀ। ਇਹ ਕਿਹਾ ਕਿ ਉਸ ਵੇਲੇ ਦੀ ਪੰਜਾਬ ਪੁਲਿਸ ਨੇ ਸਹੀ ਕੰਮ ਕੀਤਾ, ਮਗਰ ਫਿਰ ਵੀ ਐਸ ਬੈਨੀਫਿਟ ਆਫ ਡਾਊਟ ਮੈਂ ਆਨਰੇਬਲ ਹਾਈ ਕੋਰਟ ਨੇ 3 ਮੈਂਬਰ SIT ਬਣਾਈ, ਆਪ ਚੁਣੇ। 3 ਮੈਂਬਰ ਅੱਜ ADGP ਨੇ, ਉਹਨਾਂ ਦਾ ਰਿਕਾਰਡ ਵੀ ਕਢਾ ਲਿਓ, ਬਿਲਕੁਲ ਸਾਫ਼ ਰਿਕਾਰਡ ਹੈ, ਮਤਲਬ ਕਿਉਂਕਿ ਜਸਟਿਸ ਦੇਣ ਵਾਲੇ ਲੋਕ ਨੇ। ਈਸ਼ਵਰ ਸਿੰਘ ਜੀ, ਨਗੇਸ਼ਵਰ ਰਾਓ, ਵੀ ਨੀਰਜਾ ਜੀ, ਉਹਨਾਂ ਨੇ ਇਨਕੁਆਇਰੀਆਂ ਕੀਤੀਆਂ, ਇਨਵੈਸਟੀਗੇਟ ਕੀਤਾ, ਰੀ-ਇਨਵੈਸਟੀਗੇਟ ਕੀਤਾ, ਫਰਦਰ ਇਨਵੈਸਟੀਗੇਟ ਕੀਤਾ। 10 ਚਲਾਨ ਹਾਈ ਕੋਰਟ ਦੀ ਨਿਗਰਾਨੀ ਹੇਠ ਪੇਸ਼ ਕੀਤੇ, ਇਹਨਾਂ ਨੂੰ ਉਹ ਵੀ ਨਹੀਂ ਮਨਜ਼ੂਰ। ਦੇਖੋ ਤੁਸੀਂ ਆਨਰੇਬਲ ਹਾਈ ਕੋਰਟ ਮੋਨੀਟਰਡ ਚੱਲਿਆ, ਇਹਨਾਂ ਨੂੰ ਉਹ ਵੀ ਨਹੀਂ ਪਸੰਦ ਆਇਆ ਕਿਉਂਕਿ ਇਹਨਾਂ ਦੇ ਮਤਲਬ ਦਾ ਨਹੀਂ ਸੀ। ਉਸ ਤੋਂ ਬਾਅਦ ਆ ADGP ਸਾਹਿਬ ਇੱਕ ਇਹਨਾਂ ਨੇ ਇਨਕੁਆਇਰੀ ਦਿੱਤੀ। ਪਹਿਲੀ ਗੱਲ ਹੈ ਜੂਰਸ ਪ੍ਰੂਡੈਂਸ ਕਾਨੂੰਨ ਇਹ ਕਹਿੰਦਾ ਕਿ ਕੋਈ ਕਿਸੇ ਦਾ ਰਿਸ਼ਤੇਦਾਰ ਹੋਵੇ ਉਹਨੂੰ ਇੱਕ ਦੂਜੇ ਦੀ ਇਨਕੁਆਇਰੀ ਨਹੀਂ ਕਰਨੀ ਚਾਹੀਦੀ, ਕਿਉਂਕਿ ਕਾਨੂੰਨ ਬੜਾ ਕਲੀਅਰ ਹੈ ਕਿ ਜੇ ਤੁਹਾਡੀ ਬਣਦੀ ਹੋਵੇ ਤਾਂ ਤੁਸੀਂ ਮਦਦ ਕਰ ਸਕਦੇ ਹੋ, ਜੇ ਨਹੀਂ ਬਣਦੀ ਉਹਦੇ ਤੁਹਾਡੀ ਪਰਸਨਲ ਰੰਜਿਸ਼ ਹੈ, ਕਿਉਂਕਿ ਯੂ ਆਰ ਹੈਵ ਟੂ ਗਿਵ ਜਸਟਿਸ। ਲਾਅ ਹੈ, ਕਾਨੂੰਨ ਹੈ, ਬਨਾਨਾ ਰਿਪਬਲਿਕ ਤਾਂ ਹੈ ਨਹੀਂ। ਇਹਨਾਂ ਨੇ ਕੀ ਕੀਤਾ, ਮੇਰੇ ਮਾਸੀ ਜੀ ਦਾ ਮੁੰਡਾ ਹਰਪ੍ਰੀਤ ਸਿੰਘ, ਉਹਨੂੰ ਲਾਤਾ, ਉਹ ਤੋਂ ਇਨਕੁਆਇਰੀ ਕਰਾਤੀ। ਮਾਸੀ ਜੀ ਦਾ ਮੁੰਡਾ ਕਿਵੇਂ, ਮੇਰੇ ਸਗੇ ਚਾਚੀ ਦੀ ਸਗੀ ਭੈਣ, ਮਤਲਬ ਮੇਰੀ ਚਾਚੀ ਇਹਦੀ ਮਾਸੀ, ਔਰ ਇਹਦੇ ਮਦਰ ਸੁਭਾਵਿਕ ਹੈ ਜੇ ਮੇਰੇ ਚਾਚੀ ਜੀ ਦੀ ਸਿਸਟਰ ਹੈ ਤਾਂ ਸਾਡੇ ਸਤਿਕਾਰਯੋਗ ਮਾਸੀ ਜੀ ਲੱਗ। ਇਹਨੇ ਇਨਕੁਆਇਰੀ ਕਰਤੀ, ਚਲੋ ਕਰਤੀ, ਇਹਨੇ ਛੱਡੋ ਉਹ ਵੀ ਗੱਲ। ਵੈਸੇ ਤਾਂ ਮੈਂ ਜਿਵੇਂ ਪਹਿਲਾਂ ਕਿਹਾ ਹੋਰ ਵੀ ਕਈ ਤੱਥ ਹੈ ਜਿਹੜੇ ਮੈਂ 1-2 ਦਿਨਾਂ 'ਚ ਤੁਹਾਨੂੰ ਕਲੀਅਰ ਕਰੂੰਗਾ, ਮੈਂ ਅੱਜ ਨਹੀਂ ਕਰ ਸਮਾਂ ਨਹੀਂ। ਤੁਸੀਂ ਉਹ ਇਨਕੁਆਇਰੀ ਨੂੰ ਬੇਸ ਬਣਾ ਲਿਆ। ਉਸ ਤੋਂ ਬਾਅਦ ਇਹ ਵੀ ਦੱਸ ਦਿਓ ਕਿ ਹਾਈ ਕੋਰਟ ਨੇ ਤਾਂ ਫਿਰ ਇੱਕ DGP ਜਿਹੜੇ ਇਹਨਾਂ ਤੋਂ ਸੀਨੀਅਰ ਨੇ, 2 ਮੈਂਬਰੀ ਕਮੇਟੀ ਸਰਕਾਰ ਨੇ ਬਣਾਈ ਸੀ, ਉਸ 2 ਮੈਂਬਰੀ ਕਮੇਟੀ ਜਿਹਦੇ ਹੈੱਡ ਆਫ ਦਾ ਪੁਲਿਸ DGP ਔਰ ਹੋਮ ਸੈਕਟਰੀ ਹੈੱਡ ਆਫ ਡਿਪਾਰਟਮੈਂਟ ਨੇ, ਐਡੀਸ਼ਨਲ ਚੀਫ ਸੈਕਟਰੀ ਦੀ ਇੱਕ ਰਿਪੋਰਟ ਹੈ, ਉਹ ਕਿੱਥੇ ਖੁਰਦ-ਬੁਰਦ ਕਰਤੀ। ਨਾ ਉਹ ਰਿਕਾਰਡ ਤੇ ਲਿਆਏ, ਨਾ ਹਾਈ ਕੋਰਟ ਦੀ SIT ਨੂੰ ਰਿਕਾਰਡ ਤੇ ਲਿਆਏ, ਮਤਲਬ ਔਰ ਨਾ ਟਰਾਇਲ ਕੋਰਟ ਦੇ ਫੈਸਲੇ ਨੂੰ ਰਿਕਾਰਡ ਤੇ ਲਿਆਏ। ਜੋ ਇਹਨਾਂ ਨੂੰ ਸੂਟ ਕਰਦਾ ਸੀ ਪੋਲੀਟੀਕਲੀ, ਜੋ ਇਹਨਾਂ ਦੀ ਮਤਲਬ ਦੀ ਗੱਲ ਸੀ, ਉਹ ਜਿਹੜਾ 20 ਦਿਨ ਦਾ DGP ਸੀ ਉਹ ਤੋਂ ਕਰਾ ਲਿਆ। ਔਰ ਉਹ ਵੀ ਕਿਉਂ ਕਰਦੇ ਸੀ, ਸਿਧਾਰਥ ਚੱਟੋਪਾਧਿਆਏ ਨੂੰ ਪਤਾ ਸੀ ਕਿ ਮੇਰਾ ਗੱਲ ਬਣਨੀ ਨਹੀਂ, ਮੈਂ DGP ਨਹੀਂ ਬਣ ਸਕਦਾ। ਔਰ ਉਹਨੂੰ ਇਹ ਲਾਲਚ ਸੀ ਕਿ ਜੇ ਮੈਂ ਸਰਕਾਰ ਖੁਸ਼ ਕਰ ਦਿਆਂਗਾ ਤੇ ਇਹ ਮੈਨੂੰ ਮੇਰਾ ਕੇਸ UPSC 'ਚ ਲੜ ਜਾਣਗੇ। ਇਹ ਲੜੇ ਵੀ। ਤੁਹਾਡੇ ਖਿਲਾਫ ਕਿਉਂ ਨਹੀਂ? ਤੁਸੀਂ ਕੱਲ ਕਿਹਾ ਸੀ ਤੁਹਾਡੇ ਖਿਲਾਫ ਨਹੀਂ ਜੀ। ਉਹ ਦੇਖੋ ਸਾਡੀ ਸਰਕਾਰ 'ਚ ਉਹਨਾਂ ਨੂੰ ਅਸੀਂ ਅਨਫਿਟ ਸਮਝਦੇ ਸੀ, ਇਨਕੰਪੀਟੈਂਟ ਸਮਝਦੇ ਸੀਗੇ, ਖੋਡੇ ਲਾਈ ਨਹੀਂ ਰਹੇ। ਔਰ ਉਸ ਤੋਂ ਪਹਿਲਾਂ ਉਹਨਾਂ ਨੇ ਜਿਹੜੇ ਝੂਠੇ ਪਰਚੇ 3-4 'ਚ ਜਦ ਕੀਤੇ, ਉਹਨਾਂ ਕੇਸਾਂ ਦਾ ਕੀ ਹੋਇਆ? ਜਦੋਂ ਬਾਲ ਸਾਹਿਬ ਤੇ ਕੇਸ ਕੀਤਾ ਸੀ ਉਦੋਂ ਵੀ ਬੜੀਆਂ ਖਬਰਾਂ ਲੱਗੀਆਂ ਸੀ। ਸਾਰੇ ਕੇਸਾਂ 'ਚ ਆਨਰੇਬਲ ਕੋਰਟਸ ਨੇ ਬਰੀ ਕੀਤਾ। ਮਤਲਬ ਇੱਕ ਬੰਦੇ ਦਾ ਕਈ ਵਾਰੀ ਪਰਸਨਲ ਰੰਜਿਸ਼ਾਂ ਹੋ ਜਾਂਦੀਆਂ ਨੇ। ਔਰ ਇਸੇ ਸਿਧਾਰਥ ਚੱਟੋਪਾਧਿਆਏ ਜਿਹੜਾ ਪ੍ਰਧਾਨ ਮੰਤਰੀ ਦੀ ਸਿਕਿਉਰਿਟੀ ਦਾ ਪੰਗਾ ਲੈ ਸਕਦਾ ਹੈ, ਜਦ ਤੁਸੀਂ ਗ੍ਰੀਨ ਸਿਗਨਲ ਦੇ ਦਿੱਤਾ ਕਿ ਰੂਟ ਕਲੀਅਰ ਹੈ, ਤੁਸੀਂ CM PM ਨੂੰ ਰਿਸੀਵ ਕਰਨ ਨੂੰ ਕਿਉਂ ਨਹੀਂ ਸੀ? ਇਹ 'ਚ ਬੜੀ ਵੱਡੀ ਸਾਜ਼ਿਸ਼ ਹੈ। ਜਿਸ ਦਿਨ ਸੁਪਰੀਮ ਕੋਰਟ ਦੀ ਇਨਕੁਆਇਰੀ ਸਹੀ ਹੋ ਗਈ, ਮੈਂ ਕਹਿੰਦਾ ਇਹਨਾਂ ਦੇ ਮੋਬਾਈਲ ਰਿਕਾਰਡ ਸਾਰਿਆਂ ਦੇ, ਇਹਨਾਂ ਦੇ ਗਨਮੈਨਾਂ ਦੇ, ਪੀਆਂ ਦੇ, ਚੰਨੀ ਦੇ, ਹੋਮ ਮਿਨਿਸਟਰ ਦੇ, ਚੱਟੋਪਾਧਿਆਏ ਸਭ ਦੇ ਸੀਜ਼ ਹੋਏ ਜਾਣ, CCTV ਕੈਮਰੇ ਸੀਜ਼ ਹੋਏ ਜਾਣ। ਬਹਿ ਕੇ ਵਿਉਂਤਬੰਦੀ ਕੀਤੀ। ਅੱਜ ਤੱਕ ਤੁਹਾਨੂੰ ਕਦੇ ਆਈ ਹੈ ਖਬਰ ਕਿ ਮੁੱਖ ਮੰਤਰੀ ਕਿਸੇ ਫਲਾਈਓਵਰ ਤੇ ਜਾਂ ਕਿਸੇ ਸੜਕ ਤੇ 20 ਮਿੰਟ ਫਸਿਆ ਰਿਹਾ? ਨਹੀਂ। ਦੇਖੋ ਲੋਕੀ ਧਰਨਾ ਮਾਰਦੇ, ਹੱਕ ਹੈ ਉਹਨਾਂ ਦਾ, ਨਹੀਂ ਮੈਂ ਗੱਲ ਕਰ ਰਿਹਾ। ਕਿਸਾਨ ਆਪਣੀ ਥਾਂ ਸਹੀ ਹੈ, ਡਿਵਰਜਨ ਹੋ ਜਾਂਦੀ ਹੈ ਨਾਲ ਦੀ ਨਾਲ। ਕਦੇ ਅੱਜ ਤੱਕ ਹੋਮ ਮਿਨਿਸਟਰ ਨੂੰ ਨਹੀਂ ਰੋਕਿਆ, ਹੋਮ ਮਿਨਿਸਟਰ ਦੀ ਵੀ ਅੱਜ ਕਦੇ ਅੱਜ ਤੱਕ ਸ਼ੋਕੋ ਥਾਲੀ ਨੂੰ ਨਹੀਂ ਰੋਕਿਆ। ਦ ਮੋਸਟ ਪ੍ਰੋਟੈਕਟਡ ਪਰਸਨ, ਉਹਨੂੰ ਕਿਉਂ ਰੋਕਦਾ? ਕਿਉਂਕਿ ਇਹ ਖੁਸ਼ ਕਰਦਾ ਫਿਰਦਾ ਸੀ ਚੰਨੀ ਨੂੰ ਕਿ ਤੂੰ ਫਿਰ ਮੇਰਾ ਕੇਸ ਲੜੇਗਾ UPSC 'ਚ ਤੇ ਸੁਪਰੀਮ ਕੋਰਟ 'ਚ। ਆਪ ਮਤਲਬ ਜਿਨ੍ਹਾਂ ਨੂੰ ਆਪਣਾ ਕੁਇਡ ਪ੍ਰੋ ਕੋ ਹੋ ਗਿਆ, ਮਤਲਬ ਲੈਣ ਦੇਣ ਹੋ ਗਿਆ, ਮੈਂ ਤੁਹਾਡੀ ਗੱਲ ਕਰੂੰ ਤੁਸੀਂ ਮੇਰੀ ਕਰਿਓ, ਫਿਰ ਉਹਨਾਂ ਬੰਦਿਆਂ ਤੋਂ ਕੀ ਆਸ ਰੱਖੋਗੇ? ਹੁਣ ਇਹ 20 ਦਿਨ ਲਈ ਲੱਗੇ, ਇੱਕ ਬੰਬ ਬਲਾਸਟ ਕਰਵਾਤਾ ਔਰ ਇਹ ਇੱਕ ਪ੍ਰਧਾਨ ਮੰਤਰੀ ਦਾ ਕਰਤਾ, ਸਿਆਸੀ ਸਾਡੇ ਵਰਗੇ ਜਿਹੜੇ ਵਿਰੋਧੀ ਸੀ ਕਾਂਗਰਸ ਦੇ ਉਹਨਾਂ 'ਤੇ ਪਰਚਾ ਕਰਾਤਾ। ਤੀਜੀ ਗੱਲ, ਇਹ 'ਤੇ ਕੀ ਇੱਕ ਇੰਦਰਪ੍ਰੀਤ ਚੱਡਾ ਜੀ ਹੋਏ ਆ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ, ਉਹਨਾਂ ਨੇ ਸੁਸਾਈਡ ਕੀਤਾ ਸੀ। ਸੁਸਾਈਡ ਨੋਟ 'ਚ ਬੜੇ ਗੰਭੀਰ ਦੋਸ਼, ਬੜੇ ਸੀਰੀਅਸ ਇਹਨਾਂ 'ਤੇ ਲਾਏ ਹੋਏ ਆ।
ਜੇ ਕਿਉਂ ਤੁਹਾਨੂੰ ਕੋਈ ਹੋਰ ਅਫਸਰ ਨਹੀਂ ਮਿਲਿਆ ਚੰਗੇ ਰਿਕਾਰਡ ਵਾਲਾ? ਸੋਤਾ ਸਾਹਿਬ ਨੂੰ ਤੁਸੀਂ ਲਾਇਆ ਸੀ, ਕਿਉਂ ਛੱਡਤਾ? ਕਿਹਨਾਂ ਤੇ ਲਾਏ ਹੋਏ, ਕਿਹੜੇ ਅਫਸਰ ਤੇ? ਸਿਧਾਰਥ ਚਟੋਪਾਧਿਆਏ ਤੇ ਲਾਏ। ਉਹ ਜਦ ਪਤਾ ਹੀ ਸੀ, ਫਿਰ ਇਹਨਾਂ ਨੂੰ ਇਹ ਪਤਾ ਸੀ ਕਿ ਜੇ ਕੰਮ ਕੋਈ ਸਾਡੇ ਆਖੇ ਪੁੱਠਾ ਸਿੱਧਾ ਕਰੂ ਤੇ ਇਹੀ ਕਰੂ, ਜਿਹਨੂੰ ਆਪ ਦਾ ਕੋਈ ਫਾਇਦਾ ਚਾਹੀਦਾ। ਇਸ ਲਈ ਇਟਸ ਇਹ ਜਿਹੇ ਬੰਦੇ ਕੀ ਕਰਦੇ ਨਹੀਂ ਕਰਦੇ, ਮਗਰ ਚਲੋ ਦੇयर ਇਜ਼ ਅ ਗੋਡ ਅਬਵ, ਰੱਬ ਵੇਖਦਾ ਹੈ, ਲੋਕਾਂ ਦੀ ਅਰਦਾਸਾਂ ਦੁਆਵਾਂ ਨੇ, ਆਨਰੇਬਲ ਕੋਰਟਸ ਨੇ। ਇਸ ਲਈ ਇਹ ਗੱਲਾਂ ਦਾ ਰਿਜ਼ਲਟ ਕੀ ਹੈ ਤੁਸੀਂ ਮੇਰੇ ਤੋਂ ਬਿਹਤਰ ਜਾਣਦੇ ਹੋ। ਔਰ ਮੈਂ SIT ਨੂੰ ਅਪੀਲ ਕੀਤੀ ਹੈ ਕਿ ਸਾਰੀ ਚੀਜ਼ਾਂ, ਕਿਉਂਕਿ ਤੁਸੀਂ ਹੁਣ ਆਨਰੇਬਲ ਕੋਰਟਸ ਨੂੰ ਜਾ ਕੇ ਗੱਲ ਕਰਨੀ ਹੈ, ਸਾਰੀ ਚੀਜ਼ਾਂ ਲਿਆਓ। ਵੈਰ ਇਜ਼ DGP ਐਂਡ ਹੋਮ ਸੈਕਟਰੀ ਰਿਪੋਰਟ, ਵੈਰ ਇਜ਼ 3 ਮੈਂਬਰ SIT ਰਿਪੋਰਟ ਜਿਹੜੀ ਕੋਰਟ ਨੇ ਬਣਾਈ ਸੀ। ਸਾਰੇ ਪੱਖ ਰੱਖੋ ਸਾਹਮਣੇ। ਔਰ ਜਿਹੜਾ ਇਹਨਾਂ ਨੇ ਮੁਖੀ ਲਾਇਆ ਉਹਦਾ ਮੁੰਡਾ ਕਿਉਂ ਪ੍ਰਮੋਟ ਕਰਤਾ ਆਊਟ ਆਫ ਟਰਨ 6 ਸਾਲ 'ਚ? ਮਤਲਬ ਤੁਸੀਂ ਵੇਖੋ ਨਾ, ਲੈਣ ਦੇਣ ਕਿਸ ਹੱਦ ਤੱਕ ਹੋ ਰਿਹਾ ਕਿ ਸਾਡਾ ਕੰਮ ਤੂੰ ਕਰਦੇ, ਅਸੀਂ ਤੇਰਾ ਕੰਮ ਕਰ ਦਿਆਂਗੇ। PM ਸਿਕਿਉਰਿਟੀ ਤੁਸੀਂ ਗੱਲ ਕੀਤੀ, ਕੱਲ ਤੁਸੀਂ ਬਹੁਤ ਤਕੜਾ ਸਿਆਸੀ ਹਮਲਾ ਕੀਤਾ। ਸੁਖਜਿੰਦਰ ਰੰਧਾਵਾ ਨੇ ਪ੍ਰੈਸ ਕਾਨਫਰੰਸ ਕੀਤੀ ਉਸੇ ਮੁੱਦੇ ਤੇ। ਉਹਨਾਂ ਨੇ ਕਿਹਾ ਵੀ ਮੇਰੇ ਤੇ ਪਰਚਾ ਕਰ ਦਿਓ, ਮੈਂ ਇਨਕੁਆਇਰੀ ਵਾਸਤੇ ਤਿਆਰ ਹਾਂ, ਮੇਰੀ ਅਰੈਸਟ ਹੋ ਜੇ, ਮੈਂ ਵਿਕਰਮ ਮਜੀਠੀਆ ਵਾਂਗੂ ਭੱਜੂਗਾ ਨਹੀਂ। ਇਹ ਗੱਲ ਉਹਨਾਂ ਨੇ ਕਹੀ ਹੈ। ਨਹੀਂ, ਉਹਨੂੰ ਵੀ ਦੇਖੋ, ਉਹ ਤਾਂ ਸਮੇਂ ਪਾ ਕੇ ਹੋ ਹੀ ਜਾਣੀ ਆ। ਇੱਥੇ ਪਰਚਾ ਇੱਕੋ ਨਾ ਰੰਧਾਵੇ ਤੇ, ਇਹ ਤੇ ਜੇਲ੍ਹਾਂ 'ਚ ਜੋ ਕੁਛ ਕ੍ਰਿਮੀਨਲਾਂ ਨੂੰ ਇਹ ਸ਼ਹਿ ਦਿੰਦਾ ਉਸ ਗੱਲ ਦਾ ਹੋਣਾ। ਮੁਖਤਿਆਰ ਅੰਸਾਰੀ ਨੂੰ VIP ਚੀਫ ਗੈਸਟ ਬਣਾ ਛੱਡਿਆ, ਉਹਦਾ ਹੋਣਾ। ਜੱਗੂ ਭਗਵਾਨਪੁਰੀਏ ਨੂੰ ਸ਼ਹਿ ਦਿੰਦਾ ਰਿਹਾ, ਉਹਦਾ ਹੋਣਾ। ਉਹ ਜਿਹੜਾ ਸਭ ਤੋਂ ਇੰਪੋਰਟੈਂਟ ਗਵਾਹ ਸੀ, ਜਿਹੜੇ ਬੇਅਦਬੀ ਕੇਸ ਸੀ, ਉਹ ਬੰਦਾ ਅੰਦਰ ਮਰਵਾਤਾ। ਕਿਹਨੂੰ ਖੁਸ਼ ਕਰਨ ਲਈ ਮਰਵਾਤਾ ਇਹ ਦੱਸੂ? ਮਤਲਬ ਉਹਦੇ ਪਰਿਵਾਰ ਨੇ ਤਾਂ ਦਿੱਤਾ ਹੋਇਆ, PM ਸਿਕਿਉਰਿਟੀ ਲਈ ਅੱਡ ਦੇ ਦਿੱਤਾ। ਇਸ ਲਈ ਇਹਨੂੰ ਇਹ ਗੱਲ ਕਹੋ ਕਿ ਫਿਰ ਤੇਰਾ ਠੋਕੋ ਤਾਲੀ ਨਵਜੋਤ ਸਿੱਧੂ ਵੀ ਭੱਜਿਆ ਸੀਗਾ, ਉਹਨੇ ਵੀ ਐਂਟੀਸਪੇਟਰੀ ਬੇਲ ਲਈ ਸੀ। ਇਹ ਚਿਦੰਬਰਮ ਸਾਹਿਬ ਨੂੰ ਲਿਆਏ ਸੀ, ਉਹਨਾਂ ਨੇ ਵੀ ਲਈ ਸੀ। ਇਹਨਾਂ ਨੂੰ ਵਿਚਾਰਿਆਂ ਨੂੰ ਸਮਝ ਨਹੀਂ ਆਉਂਦੀ, ਕਿਉਂਕਿ ਹਿਸਾਬ ਦੀ ਇਹਨਾਂ ਦੀ ਅਕਲ ਹੈ। ਐਂਟੀਸਪੇਟਰੀ ਬੇਲ ਇੱਕ ਕਾਨੂੰਨੀ ਅਧਿਕਾਰ ਹੈ। ਔਰ ਮੈਨੂੰ ਵਿਸ਼ਵਾਸ ਸੀ, ਮੇਰੇ ਵਕੀਲ ਸਾਹਿਬਾਨਾਂ ਨੂੰ ਵਿਸ਼ਵਾਸ ਸੀ, ਚੀਮਾ ਸਾਹਿਬ ਨੂੰ, ਰੋਤਕੀ ਸਾਹਿਬ ਨੂੰ, ਦਮਨਵੀਰ ਸੋਭਤੀ ਜੀ ਨੂੰ, ਕਿ ਇਹ ਝੂਠਾ ਗਲਤ ਪਰਚਾ ਹੈ ਔਰ ਕੋਰਟ ਸਾਡੀ ਗੱਲ ਸੁਣੂਗਾ। ਔਰ ਉਹ ਸਾਹਮਣੇ ਆਇਆ। ਇਹਨਾਂ ਨੂੰ ਤਾਂ ਇਸ ਗੱਲ ਦੀ ਸ਼ਰਮ ਆਉਣੀ ਚਾਹੀਦੀ ਕਿ ਐਡਾ, ਮਤਲਬ ਸਾਰੀਆਂ ਪਾਰਟੀਆਂ ਕਹਿ ਰਹੀਆਂ ਸੀ ਬਿਲਕੁਲ ਬੇਇਨਸਾਫੀ। ਕਾਂਗਰਸੀਆਂ ਨੇ ਮੈਨੂੰ ਫੋਨ ਕਰਕੇ, ਮੈਨੂੰ ਆਪ ਦੇ ਕਈ ਲੀਡਰਾਂ ਨੇ ਕ੍ਰਾਸ ਪਾਰਟੀ ਲਾਈਨ ਫੋਨ ਕਰਕੇ ਕਿਹਾ ਕਿ ਇਹ ਗਲਤ ਹੈ, ਪੋਲਿਟਿਕਸ ਆਪ ਦੀ ਥਾਂ, ਇਹਨਾਂ ਦੇ ਆਪ ਦੇ ਬੰਦੇ ਕਹੀ ਜਾਂਦੇ ਸੀ। ਔਰ ਉਹ ਸੱਚ ਸਾਹਮਣੇ ਆ ਗਿਆ। ਇਸ ਲਈ ਇਹਨਾਂ ਨੇ ਹੁਣ ਆਪਦੇ ਲਫ਼ਜ਼ ਬਦਲ ਕੇ ਬੜਾ ਕੁਝ ਕਹਿਣਾ ਹੈ। ਉਹਦੀ ਨਹੀਂ, ਆਪਾਂ ਇਹਨਾਂ ਤੋਂ ਕਿਹੜਾ ਸਰਟੀਫਿਕੇਟ ਲੈਣਾ। ਕੇਜਰੀਵਾਲ ਅੱਜ ਚੰਡੀਗੜ੍ਹ ਆਏ ਸੀਗੇ, ਉਹਨਾਂ ਨੇ ਇਹ ਗੱਲ ਕਹੀ ਹੈ ਵੀ ਵਿਕਰਮ ਮਜੀਠੀਆ ਨੂੰ ਮੈਂ ਅਪੋਲੋਜਾਈਜ਼ ਕੀਤਾ। ਉਹ ਗੱਲ ਵੱਖਰੀ ਹੈ। ਜਿਹੜੀ ਅਰੈਸਟ ਵਾਲੀ ਗੱਲ ਉਹ ਬਿਲਕੁਲ ਵੱਖਰੀ ਹੈ। ਜਿਹੜਾ ਉਹ ਦੋਸ਼ ਲਾ ਰਹੇ ਹੈ ਵੀ ਤੁਸੀਂ ਜਾਂ ਅਕਾਲੀ ਦਲ ਤੇ ਚੰਨੀ ਸਰਕਾਰ ਮਿਲੀ ਹੋਈ ਸੀ, ਇਸ ਕਰਕੇ ਨਹੀਂ ਫੜਿਆ। ਭਗਵੰਤ ਮਾਨ ਦੂਸਰੇ ਪਾਸੇ ਕਹਿ ਰਿਹਾ ਜਦੋਂ ਚਰਨਜੀਤ ਚੰਨੀ ਮੁੱਖ ਮੰਤਰੀ ਦੇ ਭਰਾ ਦੇ ਉੱਤੇ ਪਰਚਾ ਪਿਆ ਸੀ ਤਾਂ ਤੁਸੀਂ ਉਹਨਾਂ ਨੂੰ ਮਦਦ ਕੀਤੀ ਸੀਗੀ, ਇਸ ਕਰਕੇ ਝੂਠਾ ਇੱਕ ਜਾਂ ਕਹਿ ਲਓ ਵੀ ਹਲਕਾ ਪਰਚਾ ਪਾਇਆ। ਦੇਖੋ, ਇਸ ਤਰ੍ਹਾਂ ਹੈ, ਇਹਦੇ 'ਚ ਕੋਈ ਦੋ ਰਾਵਾਂ ਨਹੀਂ ਕਿ ਉਸ ਵੇਲੇ ਇਹ ਇੰਡੀਪੈਂਡੈਂਟ MLA ਬਣੇ ਸੀ, ਮੇਰੇ ਕੋਲ ਆਏ ਵੀ ਸੀ, ਸੁਖਬੀਰ ਜੀ ਕੋਲ ਵੀ ਗਏ ਆਪਦੇ ਭਰਾ ਲਈ, ਸਿਟੀ ਸੈਂਟਰ ਸਕੈਮ ਲਈ। ਅਸੀਂ ਸਿਫਾਰਿਸ਼ ਬਿਲਕੁਲ ਕਿ ਮੈਂ ਤਾਂ ਡਿਨਾਈ ਨਹੀਂ ਕਰਦਾ, ਠੀਕ ਹੈ ਨਾ ਜੀ। ਔਰ ਦੂਜੀ ਗੱਲ ਇਹ ਕਿਉਂ ਡਿਨਾਈ ਕਰਦੇ ਇਹ ਕਿ ਕੇਜਰੀਵਾਲ ਸਾਹਿਬ ਨੇ ਮਾਫੀ ਮੰਗੀ ਕਿ ਨਹੀਂ ਮੰਗੀ? ਕਿਉਂ ਡਿਨਾਈ ਕਰਦੇ ਹੋ? ਫਿਰ ਇਹ ਵੀ ਮੇਰੀ ਗੱਲ ਸੁਣੋ ਨਾ, ਫਿਰ ਇਹ ਵੀ ਮੇਰੇ ਨਾਲ ਰਲਿਆ, ਕਿਉਂਕਿ ਭਗਵੰਤ ਮਾਨ ਤਾਂ ਉਦੋਂ ਕਹਿੰਦਾ ਸੀ ਹੁਣ ਮੈਂ ਅਸਤੀਫਾ ਦੇ ਦਿੱਤਾ, ਫਿਰ ਕਿਉਂ ਵਾਪਸ ਲੈ ਲਿਆ? ਕਿਉਂਕਿ ਭਗਵੰਤ ਮਾਨ ਵੀ ਫਿਰ ਮੇਰੇ ਨਾਲ ਕਿਤੇ ਨਾ ਕਿਤੇ ਰਲਿਆ ਨਾ। ਫਿਰ ਨਹੀਂ ਤਾਂ ਸਟੈਂਡ ਤੇ ਤਾਂ ਰਹਿ ਭਾਈ। ਚੱਡੇ ਦੇ ਕਹਿਣ ਵਾਂਗੂ, ਇਹਨਾਂ ਦੇ ਰਾਘਵ ਚੱਡੇ ਵਾਂਗੂ ਸਾਈਕਲ ਦਾ ਵੀ ਸਟੈਂਡ ਹੁੰਦਾ, ਤੇ ਕਿਵੇਂ ਤੁਹਾਡੇ ਵੇਲੇ ਸਾਈਕਲ ਨੂੰ ਸਟੈਂਡ ਦੀ ਲੋੜ ਨਹੀਂ। ਇਸ ਲਈ ਇਹ ਕੀ ਗੱਲਾਂ ਕਹਿ ਰਹੇ ਆ, ਨਹੀਂ ਕਹਿ ਰਹੇ। ਰਿਕਾਰਡ ਸਪੀਕਸ ਫॉर ਇਟਸੈਲਫ ਮੇਰਾ ਵੀਰ, ਐਂਡ ਰਿਕਾਰਡ ਐਂਡ ਸੱਚਾਈ ਇਜ਼ ਅਬਵ ਐਵਰੀਥਿੰਗ। ਔਰ ਜਿੱਤ ਸੱਚਾਈ ਦੀ ਹੋਣੀ ਹੈ। ਇਸ ਲਈ ਕੇਜਰੀਵਾਲ ਸਾਹਿਬ ਦੀਆਂ ਬੜੀਆਂ ਮਜਬੂਰੀਆਂ ਨੇ, ਹੁਣ ਕੀ ਕਹਿਣਾ ਨਹੀਂ ਕਹਿਣਾ। ਉਹ ਉਹਨਾਂ ਨੂੰ ਮੁਬਾਰਕ ਹੈ ਇਲੈਕਸ਼ਨ ਵਾਸਤੇ, ਮਗਰ ਫੈਕਟਸ ਵੋਂਟ ਚੇਂਜ। ਚਿੱਠੀ ਉਹਨਾਂ ਦੀ ਆ, ਉਹਨਾਂ ਨੇ ਮਰਜ਼ੀ ਨਾਲ ਦਿੱਤੀ ਆ, ਮਾਫੀ ਉਹਨਾਂ ਨੇ ਮੰਗੀ, ਬੜੇ ਖੁਸ਼ ਹੋ ਕੇ ਬੜੇ ਪਿਆਰ ਨਾਲ ਮੰਗੀ। 3-4 ਸਾਲ ਹੋ ਗਏ ਮੰਗਿਆ ਨੂੰ। ਭਗਵੰਤ ਮਾਨ ਨੂੰ ਵੀ ਪਤਾ ਸੀ, ਉਹ ਤਾਂ ਡਰਾਮਾ ਕੀਤਾ ਸੀਗਾ। ਇਹ ਸਪਸ਼ਟ ਹੀ ਆ ਡਰਾਮਾ। ਜੇ ਉਹ ਨਹੀਂ ਸਹਿਮਤੀ ਸੀ ਤੇ ਅੱਜ ਕਿਉਂ ਚਲੇ ਗਿਆ ਵਾਪਸ? ਇਸ ਲਈ ਨਾ ਵੀ ਹੈਵ ਟੂ ਗੋ। ਤੁਸੀਂ ਇਕੱਲਾ ਕੌਣ ਕੀ ਕਹਿ ਰਿਹਾ, ਕਿੰਨੀ ਗੱਲ ਕਹਿ ਰਿਹਾ, ਉਹ ਨਹੀਂ, ਗੱਲ ਦੀ ਘੋਖ ਕਰੋ, ਡੰਗਾਈ ਤੱਕ ਜਾਓ। ਉਹ ਆਪ CM ਬਣਨਾ ਚਾਹੁੰਦੇ ਤਾਂ ਕਰਕੇ ਅਨਾਉਂਸ ਨਹੀਂ ਕਰ ਰਹੇ ਹੈਗੇ ਕੇਜਰੀਵਾਲ? ਹਾਂਜੀ, ਆਮ ਆਦਮੀ ਪਾਰਟੀ ਦਾ CM ਇਸ ਕਰਕੇ ਅਨਾਉਂਸ ਨਹੀਂ ਕਰ, ਕਿਉਂਕਿ ਆਪ ਬਣਨਾ ਚਾਹੁੰਦੇ ਆ ਪੰਜਾਬ ਦੇ CM।
ਪੰਜਾਬੀਆਂ ਨੂੰ ਜੇ ਪਸੰਦ ਕਰਦੇ ਹੁੰਦੇ ਤਾਂ ਦਿੱਲੀ ਨਾ ਬਣਾ ਦਿੰਦੇ ਇੱਕ ਅੱਧਾ ਪੰਜਾਬੀ। ਪੰਜਾਬੀਆਂ ਦੇ ਪ੍ਰਤੀ ਸੱਚੀ ਸੋਚ ਹੁੰਦੀ ਤੇ ਇਸ ਤਰ੍ਹਾਂ ਉਹਦੀ ਵਿਚਾਰੇ ਦੀ ਮਿੰਨਤਾਂ ਨਾ ਘਟਾਉਂਦੇ। ਕਿੰਨਾ ਕੁ ਪੰਜਾਬੀਆਂ ਦਾ ਜਾਂ ਸਾਡੇ ਦਲਿਤ ਭਰਾਵਾਂ ਦਾ ਸਤਿਕਾਰ ਕਰਦੇ। ਹਰਪਾਲ ਚੀਮੇ ਨੂੰ ਤਾਂ ਛੇਤੀ ਕਿਤੇ ਹੁਣ ਕੁਰਸੀ ਨਹੀਂ ਮਿਲਦੀ, ਉਹਨੂੰ ਐਲਾਨ ਦੇਣ ਸੀਐਮ। ਜੋ ਫੂਲਕਾ ਸਾਹਿਬ ਨਾਲ ਕੀਤੀ, ਜੋ ਛੋਟੇਪੁਰ ਸਾਹਿਬ ਨਾਲ ਕੀਤੀ, ਜੋ ਪੰਜਾਬੀ ਕਿੰਨੇ ਮੈਂ ਨਾਂ ਗਿਣਾ ਦਿਆਂ, ਜੋ ਧਰਮਵੀਰ ਗਾਂਧੀ ਜੀ ਨਾਲ ਕੀਤੀ, ਇਹ ਲੰਮੀ ਚੌੜੀ ਲਿਸਟ ਹੈ, ਤੁਸੀਂ ਪੁੱਛੋ। ਇਸ ਲਈ ਇਹ ਮਾਨਸਿਕਤਾ ਹੈ, ਕੀ ਨਹੀਂ ਕਰਦੇ ਨਹੀਂ ਕਰਦੇ ਉਹਨਾਂ ਨੂੰ ਮੁਬਾਰਕ ਹੈ ਭਾਈ। ਹਰ ਬੰਦੇ ਨੇ ਆਪ ਦਾ ਕੰਮ ਕਰਨਾ ਔਰ ਪੰਜਾਬੀਆਂ ਨੂੰ ਸਾਨੂੰ ਲੜਾਈ ਲੜਨੀ ਆਉਂਦੀ ਹੈ ਗੁਰੂ ਦੀ ਬਖਸ਼ਿਸ਼ ਨਾਲ। ਲੋਕਾਂ ਦਾ ਸਾਥ, ਲੋਕਾਂ ਦਾ ਪਿਆਰ, ਲੋਕਾਂ ਦੀਆਂ ਦੁਆਵਾਂ ਅਰਦਾਸਾਂ, ਜਿਹਦੇ ਨਾਲ ਉਹਨੂੰ ਕੋਈ ਫਿਕਰ ਕਰਨ ਦੀ ਲੋੜ ਨਹੀਂ, ਜਿੱਤ ਸੱਚ ਦੀ ਹੋਣੀ। ਥੈਂਕ ਯੂ। ਤੁਸੀਂ ਤਾਂ ਇਹ ਸੀਗੇ ਬਿਕਰਮ ਮਜੀਠੀਆ, ਜਿਨ੍ਹਾਂ ਨੇ ਕਿਹਾ ਵੀ ਆਉਣ ਵਾਲੇ ਦਿਨਾਂ 'ਚ ਉਹ ਸਾਰੀ ਸਿੱਟ ਨੂੰ ਲੈ ਕੇ ਹੋਰ ਵੀ ਵੱਡੇ ਖੁਲਾਸੇ ਕਰਨਗੇ, ਨਵੇਂ ਤੱਥ ਵੀ ਰੱਖਣਗੇ ਸਰਕਾਰਾਂ ਅੱਗੇ, ਲੋਕਾਂ ਅੱਗੇ, ਤਾਂ ਕਿ ਇਸ ਚੀਜ਼ ਦੀ ਪੂਰੀ ਚਾਨਣ ਹੋ ਸਕੇ ਵੀ ਕਿਵੇਂ ਉਹਨਾਂ ਨੂੰ ਝੂਠੇ ਪਰਚੇ 'ਚ ਇਨਕੁਆਇਰੀ 'ਚ ਫਸਾਇਆ ਗਿਆ। ਹੁਣ ਦੇਖਣਾ ਇਹ ਹੋਵੇਗਾ ਵੀ ਕਿਹੜੇ ਨਵੇਂ ਤੱਥ ਰੱਖਦੇ ਆ, ਕੀ ਗੱਲਾਂ ਬਿਕਰਮ ਮਜੀਠੀਆ ਲੈ ਕੇ ਆਉਂਦੇ ਨੇ। ਚੰਡੀਗੜ੍ਹ ਤੋਂ ਕੈਮਰਾਮੈਨ ਸ਼ਮਸ਼ੇਰ ਸਿੰਘ ਨਾਲ ਮੈਂ ਸ਼ੁਭਕਰਮਨ ਧਾਲੀਵਾਲ, ਪ੍ਰੋ ਪੰਜਾਬ ਟੀਵੀ।